ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਅੱਜ ਗਵਰਨਰ ਸਾਹਿਬ ਨੂੰ ਇੱਕ ਵਫਦ ਦਿੱਤਾ ਜਾਂਦਾ। ਉਹ ਕਹਿੰਦੇ ਨੇ ਕਿ ਇਸ ਦੀ ਜਿਹੜੀ ਪਟਿਆਲਾ ਹਿੰਸਾ ਦੀ ਜਾਂਚ ਹੈ ਉਹ ਸੀਬੀਆਈ ਨੂੰ ਹੋਣੀ ਚਾਹੀਦੀ ਹੈ। ਨਾਲ ਹੀ ਨਾਲ ਵਫਦ ਦੇ ਵਿੱਚ ਕਲੀਅਰ ਤੌਰ ਤੇ ਕਹਿੰਦੇ ਉਹ ਕਹਿ ਕੇ ਆਏ ਨੇ ਕਿ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਹੈ ਉਹ ਚੱਜ ਨਾਲ ਕੰਮ ਨਹੀਂ ਕਰ ਰਹੀ ਤੇ ਸਰਕਾਰ ਨੂੰ ਡਿਸਮਿਸ ਕਰ ਦੇਣਾ ਚਾਹੀਦਾ, ਖਾਸ ਕਰਕੇ ਜਿਹੜਾ ਐਮਓਯੂ ਦਿੱਲੀ ਦੇ ਪੰਜਾਬ ਸਰਕਾਰ ਦੇ ਵਿੱਚ ਸਾਈਨ ਹੋਇਆ ਉਸ ਨੂੰ ਲੈ ਕੇ। ਇਹਨਾਂ ਲੋਕਾਂ ਨੇ ਤੇ ਕਦੀ ਲੋਕਾਂ ਨੂੰ ਨਿਆਂ ਦਿੱਤਾ ਨਹੀਂ ਜਿਹੜੇ ਹੁਣ ਸਵਾਲ ਖੜੇ ਕਰ। ਸੀਬੀਆਈ ਨੂੰ ਕਿਉਂ ਦਿੱਤੀ ਜਾਵੇ ਜਦੋਂ ਪੰਜਾਬ ਪੁਲਿਸ ਨੇ 48 ਘੰਟੇ ਦੇ ਅੰਦਰ ਸਾਰੀ ਸਥਿਤੀ ਨੂੰ ਸਾਂਭ ਲਿਆ ਤੇ ਸਾਰੇ ਕਲਪਰਿਸਟ ਅੰਦਰ ਕਰਤੇ ਬਿਹਾਈਂਡ ਦਾ ਬਾਰ ਐਂਡ ਜਿਹੜੀ ਕਨਸੀਕੁਐਂਸੀ ਹੈ ਉਹਦੀ ਸਾਹਮਣੇ ਨਸ਼ਰ ਹੋ ਰਹੀ ਹੈ। ਐਸਆਈਟੀ ਬਣ ਚੁੱਕੀ ਹੈ। ਤਾਂ ਵਾਟ ਇਜ਼ ਦਾ ਲੌਜੀਕ ਆਫ ਦ ਸੀਬੀਆਈ? ਐਸਆਈਟੀ ਬਣ ਗਈ ਹੈ, ਸਥਿਤੀਆਂ ਕੰਟਰੋਲ 'ਚ ਹੈ, ਮਾਸਟਰਮਾਈਂਡ ਆਲਮੋਸਟ ਫੜੇ ਗਏ ਆ, ਐਫਆਈਆਰ ਵੀ ਦਰਜ ਹੋਈਆਂ 6। ਲੇਕਿਨ ਆਉਣ ਵਾਲੇ ਟਾਈਮ 'ਚ ਸਾਨੂੰ ਲੱਗਦਾ ਵੀ ਇਹ 'ਚ ਹੋਰ ਬਹੁਤ ਸਾਰੀਆਂ ਪਰਤਾਂ ਖੁੱਲ੍ਹਣੀਆਂ ਹੈ। ਜਿਹੜੇ ਵੀ ਪੋਲੀਟੀਕਲ ਲੋਕ ਇਹਨਾਂ ਦੇ ਪਿੱਛੇ ਵੱਡੇ ਬਿਗ ਫਿਸ਼ ਹੋਣਗੇ ਉਹ ਵੀ ਸਾਹਮਣੇ ਆਉਣਗੇ, ਪੰਜਾਬ ਦੇ ਲੋਕਾਂ ਸਾਹਮਣੇ ਰੱਖਣਗੇ। ਜਿੱਥੇ ਵੀ ਦੇਸ਼ 'ਚ ਦੰਗਾ ਫਸਾਦ ਲੜਾਈ ਹੁੰਦਾ ਹੈ ਉਹਦੇ ਪਿੱਛੇ ਡਾਇਰੈਕਟ ਇਨਡਾਇਰੈਕਟ ਤੌਰ ਤੇ ਬੀਜੇਪੀ ਜਾਂ ਬੀਜੇਪੀ ਦੇ ਕਾਰਕੁਨ ਨਹੀਂ ਹੁੰਦੇ। ਬੀਜੇਪੀ ਦੇ ਲੀਡਰਸ ਦੀ ਇਹਦੇ 'ਚ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ। ਐਫਆਈਆਰ ਦਰਜ ਹੋ ਗਈ ਔਰ ਬੀਜੇਪੀ ਦੀ ਹੀ ਇਨਵੋਲਵਮੈਂਟ ਕਿਉਂ ਹੁੰਦੀ ਜਿੱਥੇ ਵੀ ਦੇਸ਼ ਦੰਗਾ ਭੜਕਦਾ ਜਾਂ ਲੜਾਈ ਝਗੜਾ। ਸੋ ਅਸੀਂ ਆਲਰੇਡੀ ਇਹ ਗੱਲ ਕਹੀ ਸੀ, ਇਟ ਵਾਜ ਏ ਪੋਲੀਟੀਕਲ ਮੋਟੀਵੇਟਿਡ ਕਨਸੀਕੁਐਂਸੀ ਅਗੇਂਸਟ ਦਾ ਪੰਜਾਬ। ਕੀ ਹਾਲ ਹੈ ਕਾਂਗਰਸ ਦਾ? ਇਟ ਇਜ਼ ਡਿਵਾਈਡਡ ਹਾਊਸ। ਸਿੱਧੂ ਸਾਹਿਬ ਆਪਣਾ ਏਜੰਡਾ ਚਲਾ ਰਿਹਾ, ਬਾਜਵਾ ਸਾਹਿਬ ਅੱਡ, ਖਹਿਰਾ ਸਾਹਿਬ ਅੱਡ ਚੱਲ ਰਿਹਾ। ਤਾਂ ਰਾਜਾ ਵੜਿੰਗ ਤੇ ਤਰਸਯੋਗ ਹਾਲਤ 'ਚ ਹੈ ਇਸ ਟਾਈਮ ਔਰ ਸਿਰਫ ਤੇ ਸਿਰਫ ਅਖਬਾਰ ਦੀਆਂ ਸੁਰਖੀਆਂ ਵਾਸਤੇ ਬੇਬੁਨਿਆਦ ਔਰ ਝੂਠੀ ਜਿਹੜੀ ਹੈ ਕੋਈ ਨਾ ਕੋਈ ਖਬਰ ਪੇਸ਼ ਕਰ ਦਿੰਦੇ ਨੇ। ਬਾਦਲ ਸਾਹਿਬ ਨਾ ਤੇ ਹੁਣ ਅਸੈਂਬਲੀ ਦੇ ਲੀਡਰ ਰਹੇ ਆ, ਨਾ ਪਾਰਲੀਮੈਂਟ ਦੇ ਰਹੇ ਆ, ਨਾ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਰਹੇ ਆ। ਸੋ ਬਾਦਲ ਸਾਹਿਬ ਦੀ ਮੈਂ ਫਰਸਟ੍ਰੇਸ਼ਨ ਸਮਝ ਸਕਦਾ ਆ। ਗੜੇ ਮੁਰਦੇ ਹੁਣ ਖੜਨ ਲੱਗ ਗਏ ਆ। ਜਿਹੜੇ ਸਿੱਖਾਂ ਦੀ, ਸਿੰਘਾਂ ਦੀ, ਕਿਸਾਨਾਂ ਦੀ ਇਹਨਾਂ ਨੂੰ ਸੱਤਾ 'ਚ ਰਹਿ ਕੇ ਯਾਦ ਨਹੀਂ ਆਈ ਤੇ ਹੁਣ ਕੱਲ ਦੇ ਕਾਗਜ਼ ਲੈ ਕੇ ਤੁਰੇ ਫਿਰਦੇ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਸਾਹਿਲ। ਅੱਜ ਆਮ ਆਦਮੀ ਪਾਰਟੀ ਵੱਲੋਂ ਇੱਕ ਅਹਿਮ ਪ੍ਰੈਸ ਵਾਰਤਾ ਕੀਤੀ ਗਈ ਹੈ ਜਿਸ ਦੇ ਵਿੱਚ ਪਟਿਆਲਾ ਹਿੰਸਾ ਜੋ ਹੋਈ ਸੀ ਉਸ ਦੇ ਤਾਰ ਕਿੱਧਰ ਨੂੰ ਜੁੜ ਰਹੇ ਨੇ ਉਸ ਦੇ ਉੱਤੇ ਕਿਤੇ ਨਾ ਕਿਤੇ ਬੋਲਦੇ ਜ਼ਰੂਰ ਨਜ਼ਰ ਆਏ ਨੇ ਆਮ ਆਦਮੀ ਪਾਰਟੀ ਦੇ ਚੀਫ ਸਪੋਕ ਪਰਸਨ ਮਲਵਿੰਦਰ ਕੰਗ ਸਾਡੇ ਨਾਲ ਮੌਜੂਦ ਨੇ। ਸੋ ਕੰਗ ਸਾਹਿਬ, ਕਿਸ ਤਰੀਕੇ ਨਾਲ ਦੇਖਿਆ ਜਾ ਰਿਹਾ ਜਿਹੜੀ ਪਟਿਆਲਾ ਹਿੰਸਾ ਹੈ, ਤੁਸੀਂ ਅੱਜ ਪ੍ਰੈਸ ਵਾਰਤਾ 'ਚ ਗੱਲ ਕੀਤੀ ਹੈ, ਤੁਸੀਂ ਕਿਹਾ ਕਿ ਤਾਰ ਜੁੜ ਰਹੇ ਨੇ, ਸੋ ਕਿੱਧਰ ਨੂੰ ਤਾਰ ਜੁੜ ਰਹੇ ਨੇ ਜੀ? ਪਟਿਆਲਾ ਦੇ ਵਾਇਲੈਂਸ ਤੇ ਬੀਜੇਪੀ ਦੇ ਕੁਝ ਲੀਡਰ ਨਾਮਜ਼ਦ ਵੀ ਹੋ ਚੁੱਕੇ ਆ ਜੀ ਔਰ ਜਿਹੜੇ ਸਾਰੇ ਇਸ ਇਨਸੀਡੈਂਟ ਦੇ ਕਰਤਾ ਧਰਤਾ ਰਹੇ ਆ ਜੀ, ਹਰੀ ਸਿੰਗਲਾ, ਪਰਵਾਨਾ ਜੀ ਔਰ ਪਰਵਾਨੇ ਨਾਲ ਬੀਜੇਪੀ ਦੇ ਸੀਨੀਅਰ ਲੀਡਰ ਸਿਰਸਾ ਸਾਹਿਬ ਦੀਆਂ ਫੋਟੋਆਂ ਜੀ। ਔਰ ਇੱਕ ਗੱਲ ਹੋਰ ਵੀ ਆ ਵੀ ਜਿੱਥੇ ਵੀ ਦੇਸ਼ 'ਚ ਦੰਗਾ ਫਸਾਦ ਲੜਾਈ ਹੁੰਦਾ ਹੈ ਉਹਦੇ ਪਿੱਛੇ ਡਾਇਰੈਕਟ ਇਨਡਾਇਰੈਕਟ ਤੌਰ ਤੇ ਬੀਜੇਪੀ ਜਾਂ ਬੀਜੇਪੀ ਦੇ ਕਾਰਕੁਨ ਹੀ ਹੁੰਦੇ ਆ ਜੀ। ਔਰ ਬੀਜੇਪੀ ਨੂੰ ਇਹ ਏਜੰਡਾ ਜਿਹੜਾ ਆ ਉਹ ਕਿਤੇ ਨਾ ਕਿਤੇ ਸੂਟ ਕਰਦਾ ਹੈ ਵੀ ਲੋਕਾਂ ਨੂੰ ਲੜਾਓ, ਭਾਈਚਾਰੇ ਨੂੰ ਭੁੱਲ ਬਾਕੀ ਤੇ ਇਹ ਐਸਆਈਟੀ ਬਣ ਗਈ ਹੈ, ਸਥਿਤੀਆਂ ਕੰਟਰੋਲ 'ਚ ਹੈ, ਮਾਸਟਰਮਾਈਂਡ ਆਲਮੋਸਟ ਫੜੇ ਗਏ ਆ, ਐਫਆਈਆਰ ਵੀ ਦਰਜ ਹੋਈਆਂ 6। ਲੇਕਿਨ ਆਉਣ ਵਾਲੇ ਟਾਈਮ 'ਚ ਸਾਨੂੰ ਲੱਗਦਾ ਵੀ ਇਹ 'ਚ ਹੋਰ ਬਹੁਤ ਸਾਰੀਆਂ ਪਰਤਾਂ ਖੁੱਲ੍ਹਣੀਆਂ ਹੈ। ਜਿਹੜੇ ਵੀ ਪੋਲੀਟੀਕਲ ਲੋਕ ਇਹਨਾਂ ਦੇ ਪਿੱਛੇ ਵੱਡੇ ਬਿਗ ਫਿਸ਼ ਹੋਣਗੀਆਂ ਉਹ ਵੀ ਸਾਹਮਣੇ ਆਉਣਗੀਆਂ, ਪੰਜਾਬ ਦੇ ਲੋਕਾਂ ਸਾਹਮਣੇ ਰੱਖਣਗੇ ਉਹਨਾਂ ਦਾ। ਕਿਤੇ ਨਾ ਕਿਤੇ ਜੇ ਗੱਲ ਕੀਤੀ ਜਾਵੇ ਅੱਜ ਵੀ ਤੁਹਾਡੀ ਵਿਰੋਧੀ ਧਿਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਉਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਅੱਜ ਗਵਰਨਰ ਸਾਹਿਬ ਨੂੰ ਇੱਕ ਵਫਦ ਦਿੱਤਾ ਜਾਂਦਾ। ਉਹ ਕਹਿੰਦੇ ਨੇ ਕਿ ਇਸ ਦੀ ਜਿਹੜੀ ਪਟਿਆਲਾ ਹਿੰਸਾ ਦੀ ਜਾਂਚ ਹੈ ਉਹ ਸੀਬੀਆਈ ਤੋਂ ਹੋਣੀ ਚਾਹੀਦੀ ਹੈ। ਨਾਲ ਹੀ ਨਾਲ ਵਫਦ ਦੇ ਵਿੱਚ ਕਲੀਅਰ ਤੌਰ ਤੇ ਕਹਿੰਦੇ ਉਹ ਕਹਿ ਕੇ ਆਏ ਨੇ ਕਿ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਆ ਉਹ ਚੱਜ ਨਾਲ ਕੰਮ ਨਹੀਂ ਕਰ ਰਹੀ ਤੇ ਸਰਕਾਰ ਨੂੰ ਡਿਸਮਿਸ ਕਰ ਦੇਣਾ ਚਾਹੀਦਾ, ਖਾਸ ਕਰਕੇ ਜਿਹੜਾ ਐਮਓਯੂ ਦਿੱਲੀ ਦੇ ਪੰਜਾਬ ਸਰਕਾਰ ਦੇ ਵਿੱਚ ਸਾਈਨ ਹੋਇਆ ਉਸ ਨੂੰ ਲੈ ਕੇ। ਇਹਨਾਂ ਲੋਕਾਂ ਨੇ ਤੇ ਕਦੀ ਲੋਕਾਂ ਨੂੰ ਨਿਆਂ ਦਿੱਤਾ ਨਹੀਂ ਜਿਹੜੇ ਹੁਣ ਸਵਾਲ ਖੜੇ ਕਰ ਰਹੇ। ਸੀਬੀਆਈ ਨੂੰ ਕਿਉਂ ਦਿੱਤੀ ਜਾਵੇ ਜਦੋਂ ਪੰਜਾਬ ਪੁਲਿਸ ਨੇ 48 ਘੰਟੇ ਦੇ ਅੰਦਰ ਸਾਰੀ ਸਥਿਤੀ ਨੂੰ ਸਾਂਭ ਲਿਆ ਤੇ ਸਾਰੇ ਕਲਪਰਿਸਟ ਅੰਦਰ ਕਰਤੇ ਬਿਹਾਈਂਡ ਦਾ ਬਾਰ ਐਂਡ ਜਿਹੜੀ ਕਨਸੀਕੁਐਂਸੀ ਹੈ ਉਹਦੀ ਸਾਹਮਣੇ ਨਸ਼ਰ ਹੋ ਰਹੀ ਹੈ। ਐਸਆਈਟੀ ਬਣ ਚੁੱਕੀ ਹੈ। ਤਾਂ ਵਾਟ ਇਜ਼ ਦਾ ਲੌਜੀਕ ਆਫ ਦ ਸੀਬੀਆਈ? ਸੋ ਪੰਜਾਬ ਪੁਲਿਸ ਕੰਪੀਟੈਂਟ ਹੈ। ਜਿੱਥੇ ਆਫੀਸ਼ੀਅਲ ਲੈਵਲ ਤੇ ਵੀ ਕੋਈ ਕੋਤਾਹੀ ਰਹੀ ਹੈ, ਮਾਨ ਸਾਹਿਬ ਦੀ ਸਰਕਾਰ ਨੇ ਉਹਨਾਂ ਨੂੰ ਵੀ ਨਹੀਂ ਬਖਸ਼ਿਆ। ਲੇਕਿਨ ਅਸੀਂ ਪਹਿਲਾਂ ਵੀ ਕਹਿੰਦੇ ਸੀ ਇਟ ਵਾਜ ਏ ਪੋਲੀਟੀਕਲ ਮੋਟੀਵੇਟਿਡ ਕਨਸੀਕੁਐਂਸੀ। ਉਸ ਚੀਜ਼ ਦੇ ਉੱਤੇ ਕਿਉਂ ਵੀ ਘੇਰਦੇ ਨਜ਼ਰ ਆਉਂਦੇ ਨੇ, ਕਹਿੰਦੇ ਕਿ ਪਤਾ ਇਹਨਾਂ ਨੂੰ 23 ਤਰੀਕ ਦਾ ਸੀਗਾ, 29 ਤਰੀਕ ਦੀ ਕੀ ਇਹਨਾਂ ਨੇ ਵੇਟ ਕੀਤੀ? ਉਹ ਇਸ ਚੀਜ਼ ਦਾ ਵੀ ਦੇਖੋ ਗੱਲ ਇਹ ਆ ਵੀ ਫਸਟ ਟਾਈਮ ਹੋਇਆ, ਕਿਸੇ ਜਾਨ ਮਾਲ ਦੀ ਹਾਨੀ ਨਹੀਂ ਹੋਈ ਔਰ 48 ਘੰਟੇ ਦੇ ਅੰਦਰ ਮੇਨ ਕਲਪਰਿਸਟ ਹੈ ਉਹ ਬਿਹਾਈਂਡ ਦਾ ਬਾਰ ਹੈ ਜੀ ਔਰ ਸਾਰੀ ਜਿਹੜੀ ਕਨਸੀਕੁਐਂਸੀ ਥਿਉਰੀ ਹੈ ਉਹ ਨਸ਼ਰ ਹੋ ਗਈ।
ਬੀਜੇਪੀ ਦੇ ਲੀਡਰਸ ਦੀ ਇਹਦੇ 'ਚ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ, FIR ਦਰਜ ਹੋ ਗਈ। ਔਰ ਬੀਜੇਪੀ ਦੀ ਹੀ ਇਨਵੋਲਵਮੈਂਟ ਕਿਉਂ ਹੁੰਦੀ ਜਿੱਥੇ ਵੀ ਦੇਸ਼ ਦੰਗਾ ਭੜਕਦਾ ਜਾਂ ਲੜਾਈ ਝਗੜਾ ਹੁੰਦਾ। ਸੋ ਅਸੀਂ ਆਲਰੇਡੀ ਇਹ ਗੱਲ ਕਹੀ ਸੀ, ਇਟ ਵਾਜ ਏ ਪੋਲੀਟੀਕਲ ਮੋਟੀਵੇਟਿਡ ਕਨਸਪੀਰੈਂਸੀ ਅਗੇਂਸਟ ਦਾ ਪੰਜਾਬ। ਔਰ ਇਹ ਭਾਈਚਾਰਿਆਂ ਦੀ ਲੜਾਈ ਨਹੀਂ ਸੀ, ਇਹ ਰਾਜਨੀਤਿਕ ਲੜਾਈ ਸੀ। ਔਰ ਜਿਹਦੇ 'ਚ ਕਿਤੇ ਨਾ ਕਿਤੇ ਮਾਨ ਸਾਹਿਬ ਦੀ ਸਰਕਾਰ ਦੀ ਜਿਹੜੀ ਕੰਮ ਕਰਨ ਦੀ ਸ਼ੈਲੀ ਹੈ ਉਹਨੂੰ ਡਾਇਵਰਟ ਕਰਨ ਦੀ ਇੰਟੈਂਸ਼ਨ ਸੀ। ਸੋ ਮੈਨੂੰ ਲੱਗਦਾ ਨਹੀਂ ਆਉਣ ਵਾਲੇ ਟਾਈਮ 'ਚ ਜਿਹੜੇ ਵੱਡੇ ਲੋਕ ਆ ਉਹ ਵੀ ਸਾਹਮਣੇ ਆਉਣਗੇ। ਪਰ ਕਿਤੇ ਨਾ ਕਿਤੇ ਕਿਉਂਕਿ ਵਫਦ ਜਿਹੜਾ ਹੈ ਕਾਂਗਰਸ ਵੱਲੋਂ ਵੀ ਦਿੱਤਾ ਗਿਆ, ਠੀਕ ਹੈ, ਰਾਜਾ ਵੜਿੰਗ ਖੁਦ ਜਾ ਕੇ ਕਾਂਗਰਸ ਦਾ ਵਫਦ ਦੇ ਕੇ ਆਉਂਦੇ ਨੇ। ਉਸ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਵਫਦ ਦੇ ਆਂਦੀ ਹੈ। MOU ਕਿਤੇ ਨਾ ਕਿਤੇ ਲਗਾਤਾਰ ਟਾਰਗੇਟ ਦੇ ਵਿੱਚ ਚੱਲ ਰਿਹਾ ਹੈ ਹੱਲੇ ਵੀ। ਨਹੀਂ ਰਾਜਾ ਵੜਿੰਗ ਹੁਣ ਕਾਂਗਰਸ ਨੋ ਰੈਲੇਵੈਂਟ ਇਨ ਦਾ ਪੋਲਿਟਿਕਸ। ਕੀ ਹਾਲ ਹੈ ਕਾਂਗਰਸ ਦਾ? ਇਟ ਇਜ਼ ਡਿਵਾਈਡਡ ਹਾਊਸ। ਸਿੱਧੂ ਸਾਹਿਬ ਆਪਣਾ ਏਜੰਡਾ ਚਲਾ ਰਿਹਾ, ਬਾਜਵਾ ਸਾਹਿਬ ਅੱਡ, ਖਹਿਰਾ ਸਾਹਿਬ ਅੱਡ ਚੱਲ ਰਹੇ। ਤੋ ਰਾਜਾ ਵੜਿੰਗ ਤੇ ਤਰਸਯੋਗ ਹਾਲਤ 'ਚ ਹੈ ਇਸ ਟਾਈਮ। ਔਰ ਸਿਰਫ ਤੇ ਸਿਰਫ ਅਖਬਾਰ ਦੀਆਂ ਸੁਰਖੀਆਂ ਵਾਸਤੇ ਬੇਬੁਨਿਆਦ ਔਰ ਝੂਠੀ ਜਿਹੜੀ ਹੈ ਕੋਈ ਨਾ ਕੋਈ ਖਬਰ ਪੇਸ਼ ਕਰ ਦਿੰਦੇ। ਮੈਂ ਫੋਰ ਐਗਜ਼ਾਮਪਲ ਦੱਸ ਦਿੰਦਾ ਜੀ। ਖਹਿਰਾ ਸਾਹਿਬ ਕਹਿੰਦੇ ਜੀ ਇਹਨਾਂ ਨੇ ਜਿਹੜੇ ਪੁਲਿਸ ਦੇ ਜਿਹੜੇ ਵੱਡੇ ਆਫੀਸਰ DIG ਉਹ ਜਿਹੜਾ ਜਾਖੜ ਤੇ ਦੂਸਰਾ ਉਹਦੇ ਖਿਲਾਫ ਇਨਕੁਆਰੀ ਜਿਹੜੀ ਬੰਦ ਕਰਤੀ। ਬਟ ਇਨਕੁਆਰੀ ਆਲਰੇਡੀ ਚੱਲ ਰਹੀ, FIR ਲੌਜ ਹੋ ਗਈ। ਸਿੱਧੂ ਸਾਹਿਬ ਕਹਿੰਦੇ ਵੀ ਫਰੀਦਕੋਟ 'ਚ ਨਸ਼ਾ ਵਿਕ ਰਿਹਾ ਹੈ, ਪੰਜਾਬ ਸਰਕਾਰ ਨਹੀਂ ਕਰ। ਫਰੀਦਕੋਟ ਦੀ SSP ਔਨ ਰਿਕਾਰਡ ਸਟੇਟਮੈਂਟ ਦੇ ਰਹੀ ਹੈ ਔਰ ਇਮੀਡੀਏਟਲੀ ਉਹ ਲੋਕ ਵੀ ਫੜੇ ਗਏ, ਕਾਨੂੰਨੀ ਕਾਰਵਾਈ ਵੀ ਹੋ ਗਈ। ਪਹਿਲਾਂ ਕਦੋਂ ਹੋਇਆ? ਪਹਿਲਾਂ ਤੇ ਇਹ ਪਿਛਲੀਆਂ ਸਰਕਾਰਾਂ 'ਚ ਤੇ ਸਾਰਾ ਸਟੇਟ ਸਪਾਂਸਰ ਚੱਲਦਾ ਰਿਹਾ ਡਰੱਗ ਦਾ ਵਪਾਰ ਵੀ। ਔਰ ਇਹ ਜਿਹੜਾ ਕੀ ਕਹਿੰਦੇ ਹੁੰਦੇ ਆ ਪੰਜਾਬ ਦੀਆਂ ਸਰਕਾਰੀ ਜਿਹੜੀਆਂ ਰਿਸੋਰਸ ਹੈ ਜ਼ਮੀਨਾਂ ਜ਼ਿਆਦਾ ਦਾ ਦੱਬਣ ਦਾ ਵੀ। ਹੁਣ ਤੇ ਪੰਜਾਬ 'ਚ ਲੋਕ ਜ਼ਮੀਨਾਂ ਛੱਡ ਰਹੇ ਆ। ਇਹ ਬੁਨਿਆਦੀ ਫਰਕ ਹੈ। ਸੋ ਇਹਨਾਂ ਵਿਰੋਧੀ ਲੋਕਾਂ ਕੋ ਕੋਈ ਇਸ਼ੂ ਨਹੀਂ ਰਿਹਾ ਔਰ ਰਾਜਨੀਤਿਕ ਤੌਰ ਤੇ ਦੇ ਆਰ ਨਾਟ ਰੈਲੇਵੈਂਟ। ਪੰਜਾਬ ਦੇ ਲੋਕ ਇਹਨਾਂ ਨੂੰ ਨਕਾਰ ਚੁੱਕੇ ਆ ਔਰ ਇਸੇ ਕਰਕੇ ਰੋਜ਼ ਕੋਈ ਨਾ ਕੋਈ ਸਾਜ਼ਿਸ਼ ਘੜਦੇ ਆ ਅਖਬਾਰ ਦੀਆਂ ਸੁਰਖੀਆਂ, ਲੇਕਿਨ ਬਣਨਾ ਕੁਝ ਨਹੀਂ। ਅੱਜ 50 ਦਿਨ ਦੇ ਮੈਂ ਦੱਸਦਾ ਪੋਜ਼ਿਟਿਵ ਪੋਲਿਟਿਕਸ ਕਰਨ, ਕੰਸਟਰਕਟਿਵ ਕਰਨ। ਵਿਦਿਨ 50 ਡੇਜ਼ 26,454 ਨੌਕਰੀਆਂ ਮਾਨ ਸਾਹਿਬ ਨੇ ਅੱਜ ਉਹਦੀ ਨੋਟੀਫਿਕੇਸ਼ਨ ਹੋ ਗਈ। ਕਿਉਂਕਿ ਸਾਡਾ ਵਾਅਦਾ ਸੀ ਪੰਜਾਬ ਦੇ ਨੌਜਵਾਨਾਂ ਨਾਲ ਅਸੀਂ ਟੀਕੇ ਛਡਾ ਕੇ ਟਿਫਨ ਫੜਾਉਣੇ। ਜ਼ਮੀਨਾਂ ਸਰਕਾਰੀ ਵਾਪਸ ਆਉਣ ਲੱਗ ਗਈਆਂ। ਤੁਸੀਂ ਮੋਹਾਲੀ ਦਾ ਐਗਜ਼ਾਮਪਲ ਦੇ ਸਕਦੇ ਹੋ, ਸਮਾਣੇ ਦਾ ਦੇ ਸਕਦੇ ਹੋ। ਪੈਨਸ਼ਨਾਂ ਇਹਨਾਂ ਦੀਆਂ ਬੰਦ ਕਰਤੀਆਂ ਜਿਨ੍ਹਾਂ ਨੇ ਪੀੜ੍ਹੀ ਦਰ ਪੀੜ੍ਹੀ ਠੇਕਾ ਲੈ ਰੱਖਿਆ ਸੀ ਪੰਜਾਬ ਦੇ ਖਜ਼ਾਨੇ ਨੂੰ ਲੁੱਟਣ ਦਾ। ਇੱਕ ਪੈਨਸ਼ਨ ਇੱਕ। ਸੋ ਸਾਰੇ ਚੰਗੇ ਲੋਕ ਹਿਤੈਸ਼ੀ ਕੰਮ ਹੋ ਰਹੇ ਆ ਔਰ ਲਾਅ ਐਂਡ ਆਰਡਰ ਨੂੰ ਲੈ ਕੇ ਵੀ ਸਰਕਾਰ ਬੜੀ ਸੰਜੀਦਾ ਹੈ ਔਰ ਜਿੱਥੋਂ ਤੱਕ ਕਰਪਸ਼ਨ ਨੂੰ ਲੈ ਕੇ ਆ। ਹੁਣ ਮੈਂ ਦੱਸ ਦਿੰਦਾ, ਆ ਪਟਵਾਰੀ ਜਿਹੜਾ ਫੜਿਆ ਹੈ ਜੀ, ਇਹਦੀ 33 ਰਜਿਸਟਰੀਆਂ ਦੇ ਘਰੋਂ ਬਰਾਮਦ ਹੋਈਆਂ। 1 ਕਰੋੜ 70 ਲੱਖ ਰੁਪਇਆ ਹੋਇਆ, ਹਜੇ ਉਹਦੇ ਲੋਕਰ ਨਹੀਂ ਖੁੱਲੇ। ਪੰਜਾਬ ਦੇ ਲੋਕ ਹੁਣ ਇਹ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਨਗੇ। ਸੋ ਅੱਜ ਇੱਕ ਸਾਫ਼ ਸੁਥਰੀ ਇਮਾਨਦਾਰ ਸਾਡੇ ਮੁੱਖ ਮੰਤਰੀ ਜੀ ਨੇ ਨਾ ਬੱਸਾਂ ਪਾਉਣੀਆਂ ਨਾ ਹੋਟਲ ਖੜੇ ਕਰਨੇ। ਇੱਕ ਮਿਸ਼ਨ ਹੈ ਪੰਜਾਬ 'ਚ ਨਿਜ਼ਾਮ ਸਾਫ਼ ਸੁਥਰਾ ਦੇਣਾ ਹੈ ਔਰ ਪੰਜਾਬ ਦਾ ਬ੍ਰੇਨ ਡਰੇਨ ਨੌਜਵਾਨਾਂ ਨੂੰ ਪੰਜਾਬ 'ਚ ਰੋਕਣਾ ਹੈ। ਪੰਜਾਬ ਦੇ ਬਜਟ ਦੇ ਲੈ ਕੇ ਗੱਲ ਕੀਤੀ। ਪ੍ਰਤਾਪ ਬਾਜਵਾ ਕਹਿੰਦੇ ਨੇ ਕਿ ਇਹਨਾਂ ਨੇ ਬਜਟ ਦੀ ਜਿਹੜੀ ਸਲਾਹ ਉਹ ਪੰਜਾਬ ਦੀ ਜਨਤਾ ਤੋਂ ਮੰਗੀ ਹੈ। ਸ਼ੁਕਰ ਹੈ ਇਹਨਾਂ ਨੇ ਲਾਅ ਐਂਡ ਆਰਡਰ ਦੀ ਜਿਹੜੀ ਸਲਾਹ ਉਹ ਕਿਤੇ ਪੰਜਾਬ ਦੀ ਜਨਤਾ ਤੋਂ ਨਹੀਂ ਮੰਗ ਲਈ। ਦੇਖੋ ਪੀਪਲਸ ਪਾਰਟਿਸਿਪੇਸ਼ਨ ਕੀ ਹੁੰਦੀ ਆ? ਡੈਮੋਕ੍ਰੇਸੀ 'ਚ ਲੋਕਾਂ ਦੀ ਪਾਰਟਿਸਿਪੇਸ਼ਨ ਆਫ ਪੀਪਲਸ। ਇਹਦਾ ਸਭ ਤੋਂ ਵਧੀਆ ਉਦਾਹਰਣ ਮਾਨ ਸਾਹਿਬ ਨੇ ਦਿੱਤਾ ਜਿਹੜਾ ਬਜਟ ਵਾਸਤੇ। ਕਿਉਂਕਿ ਜਿਹੜੀ ਤੁਹਾਡੀ ਆਰਥਿਕ ਸਥਿਤੀ ਘਰ ਦੀ, ਸੂਬੇ ਦੀ, ਮੁਲਕ ਦੀ, ਉਹ ਤੈਅ ਕਰਦੀ ਹੈ ਤੁਹਾਡਾ ਭਵਿੱਖ ਕਿੱਧਰ ਜਾਣਾ ਹੈ। ਸੋ ਇਹ ਵੀ ਇੱਕ ਐਗਜ਼ਾਮਪਲਰੀ ਹੈ, ਇੱਕ ਤਰ੍ਹਾਂ ਦੀ ਪਹਿਲ ਕਦਮੀ ਫਸਟ ਟਾਈਮ ਹੋਇਆ ਹੈ ਵੀ ਲੋਕਾਂ ਨੂੰ ਇਨਵੋਲਵ ਕੀਤਾ ਜਾ ਰਿਹਾ ਹੈ। ਤੇ ਸੁਖਬੀਰ ਬਾਦਲ ਨੇ ਜਿਸ ਚੀਜ਼ ਦੀ ਗੱਲ ਕਹੀ ਹੈ, ਕਹਿੰਦੇ ਕਿ ਆਂਧਰਾ ਦੇ ਵਿੱਚ ਇਸ਼ਤਿਹਾਰ ਦਿੱਤੇ ਗਏ ਨੇ ਕਿ ਤੁਸੀਂ ਵੀ ਦੱਸੋ ਕਿ ਬਜਟ ਕਿੱਦਾਂ ਬਣਨਾ ਹੈ। ਕਿ ਆਂਧਰਾ ਦੇ ਲੋਕ ਹੁਣ ਡਿਸਾਈਡ ਕਰਨਗੇ ਕਿ ਪੰਜਾਬ ਦਾ ਬਜਟ ਕਿੱਦਾਂ। ਇਹ ਸੁਖਬੀਰ ਬਾਦਲ ਦੀ ਅੱਜ ਬਿਆਨ ਨੇ ਜੀ। ਬਾਦਲ ਸਾਹਿਬ ਦੀ ਜਿਸ ਤੱਕ ਗੱਲ ਹੈ, ਬਾਦਲ ਸਾਹਿਬ ਨਾ ਤੇ ਹੁਣ ਅਸੈਂਬਲੀ ਦੇ ਲੀਡਰ ਰਹੇ ਆ, ਨਾ ਪਾਰਲੀਮੈਂਟ ਦੇ ਰਹੇ ਆ, ਨਾ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਰਹੇ ਆ। ਸੋ ਬਾਦਲ ਸਾਹਿਬ ਦੀ ਮੈਂ ਫਰਸਟ੍ਰੇਸ਼ਨ ਸਮਝ ਸਕਦਾ ਆ। ਗੜੇ ਮੁਰਦੇ ਹੁਣ ਖੜਨ ਲੱਗ ਗਏ ਆ। ਜਿਹੜੇ ਸਿੱਖਾਂ ਦੀ, ਸਿੰਘਾਂ ਦੀ, ਕਿਸਾਨਾਂ ਦੀ ਇਹਨਾਂ ਨੂੰ ਸੱਤਾ 'ਚ ਰਹਿ ਕੇ ਯਾਦ ਨਹੀਂ ਆਈ ਤੇ ਹੁਣ ਕੱਲ ਦੇ ਕਾਗਜ਼ ਲੈ ਕੇ ਤੁਰੇ ਫਿਰਦੇ ਨੇ। ਸੈਂਟਰ ਦੀਆਂ ਸਰਕਾਰਾਂ 'ਚ ਭਾਗੀਦਾਰ ਰਹੇ ਆ। ਅਟਲ ਬਿਹਾਰੀ ਵਾਜਪੇਈ ਜੀ ਟਾਈਮ ਰਹੇ, ਮੋਦੀ ਸਾਹਿਬ ਦੀਆਂ ਦੋਨਾਂ ਉਦੋਂ ਇਹਨਾਂ ਨੂੰ ਕੋਈ ਯਾਦ ਨਹੀਂ ਆਈ ਪੰਜਾਬ ਦੀ। ਸਾਰੇ ਐਂਟੀ ਪੰਜਾਬ ਫੈਸਲਿਆਂ 'ਚ ਡਾਇਰੈਕਟ ਜਾਂ ਇਨਡਾਇਰੈਕਟ ਇਨਵੋਲਵ ਰਹੇ ਆ। ਹੁਣ ਪੰਜਾਬ ਦੇ ਲੋਕਾਂ ਨੇ ਨਕਾਰਤੇ ਆ, ਲੈ ਦੇ ਕੇ ਪਤਾ ਨਹੀਂ 2 ਕਿ 3 MLA ਰਹਿ ਗਏ ਆ। ਸੋ ਮੈਨੂੰ ਨਹੀਂ ਲੱਗਦਾ ਬਾਦਲ ਸਾਹਿਬ ਨੂੰ ਜਿੱਥੋਂ ਤੱਕ ਪੰਜਾਬ ਦੇ ਲੋਕ ਕੋਈ ਸੀਰੀਅਸ ਨਹੀਂ ਲੈਂਦੇ।
ਠੀਕ ਹੈ, ਬਹੁਤ Thank ਬਹੁਤ you. ਧੰਨਵਾਦ ਸਾਹਿਬ। ਸੋ ਇਸ ਸਨ ਮਲਵਿੰਦਰ ਕੰਗ ਜਿਨ੍ਹਾਂ ਨੇ ਦੱਸਿਆ ਕਿਸ ਤਰੀਕੇ ਦੇ ਨਾਲ ਜਿਹੜੀ ਅੱਜ ਜਿਹੜੀ ਪਟਿਆਲਾ ਹਿੰਸਾ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ, ਨਾਲ ਜਿਹੜੇ ਵਿਰੋਧੀਆਂ ਵੱਲੋਂ ਵਫਦ ਦਿੱਤੇ ਗਏ ਨੇ, ਹਾਲਾਂਕਿ ਜਿਹੜਾ ਸੁਖਬੀਰ ਬਾਦਲ ਵੱਲੋਂ ਅੱਜ ਵਫਦ ਦਿੱਤੇ ਗਏ ਨੇ ਉਸ ਬਾਰੇ ਵੀ ਗੱਲਬਾਤ ਕਰਦੇ ਨਜ਼ਰ ਆਏ ਨੇ। ਇਹਨਾਂ ਦਾ ਇਹੀ ਗੱਲ ਕਹਿਣਾ ਹੈ ਕਿ ਜਿਹੜੇ ਵਫਦ ਜਿਹੜੇ ਦਿੱਤੇ ਜਾ ਰਹੇ ਨੇ ਜਾਂ ਫਿਰ ਵਿਰੋਧੀ ਜਿਹੜੇ ਬੋਲ ਰਹੇ ਨੇ ਉਹ ਇਸ ਕਰਕੇ ਬੋਲ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਆ ਉਹ ਕੰਮ ਕਰ ਰਹੀ ਹੈ। ਕੈਮਰਾ ਪਰਸਨ ਪ੍ਰਵੀਨ ਦੇ ਨਾਲ ਸਾਜਿੰਦਰ ਉल्लास, ਸਕਾਈ ਨਿਊਜ਼ ਪੰਜਾਬ, ਚੰਡੀਗੜ੍ਹ।